Dear students, welcome back to the lecture on propagation of errors part 2। ਇਹ ਲੈਕਚਰ ਜਿਹੜਾ ਤਾਂ ਕਲੀਅਰ ਹੋਏਗਾ ਜੇਕਰ ਤੁਸੀਂ ਜਿਹੜਾ ਹੈ ਇਸੇ ਲੈਕਚਰ ਦਾ ਜਿਹੜਾ ਪਾਰਟ 1 ਬੜੇ ਧਿਆਨ ਨਾਲ ਦੇਖੋਗੇ। ਨਾਓ ਪਿਛਲੇ ਲੈਕਚਰ ਦੇ ਵਿੱਚ ਅਸੀਂ ਜਿਹੜੀ ਹੈ ਪ੍ਰੋਪੇਗੇਸ਼ਨ ਆਫ ਐਰਰ ਬਾਰੇ ਡਿਸਕਸ ਕੀਤਾ ਕਿ ਕਿਸ ਤਰ੍ਹਾਂ ਸਾਡੀ ਜਿਹੜੀ ਐਰਰ ਹੈ ਉਹ ਐਡੀਸ਼ਨ ਚ ਸਬਟ੍ਰੈਕਸ਼ਨ ਚ ਮਲਟੀਪਲੀਕੇਸ਼ਨ ਵਗੈਰਾ ਦੇ ਵਿੱਚ ਜਿਹੜੀ ਹੈ ਉਹ ਕਿਸ ਤਰ੍ਹਾਂ ਪ੍ਰੋਪੇਗੇਟ ਕਰ ਜਾਂਦੀ ਹੈ। ਜੇ ਇੱਕ ਮੈਜ਼ਰਡ ਵੈਲਿਊ ਦੇ ਵਿੱਚ ਐਰਰ ਆ ਗਈ, ਦੂਸਰੀ ਵੈਲਿਊ ਦੇ ਵਿੱਚ ਐਰਰ ਹੈ, ਤੇ ਜੇ ਸਾਡਾ ਜਿਹੜਾ ਫਾਰਮੂਲਾ ਸਮ ਵਾਲਾ ਹੈ ਜਾਂ ਡਿਵੀਜ਼ਨ ਵਾਲਾ ਹੈ ਜਾਂ ਮਲਟੀਪਲਾਈ ਵਾਲਾ ਹੈ, ਉਹ ਐਰਰ ਜਿਹੜੀ ਹੈ ਉਹਦੇ ਵਿੱਚ ਅੱਗੇ ਫਰਦਰ ਜਿਹੜੀ ਹੈ ਉਹ ਫਾਈਨਲ ਰਿਜ਼ਲਟ ਦੇ ਅੰਦਰ ਟ੍ਰਾਂਸਫਰ ਹੋ ਜਾਂਦੀ ਹੈ। ਤਿੰਨ ਅਸੀਂ ਜਿਹੜੇ ਅਲਜਬਰਿਕ ਐਕਸਪ੍ਰੈਸ਼ਨ ਦੇ ਉੱਤੇ ਐਰਰ ਅਸੀਂ ਜਿਹੜੀ ਨਿਕਾਲੀ ਸੀ। ਨਾਓ ਕਮ ਟੂ ਦਾ ਫੋਰਥ ਵਨ, ਐਰਰਸ ਇਨ ਦਾ ਕੋਸ਼ੀਐਂਟ ਮੀਨਸ ਡਿਵੀਜ਼ਨ ਵਾਲਾ ਜਿਹੜਾ ਕੋਈ ਫਾਰਮੂਲਾ ਉਹਦੇ ਵਿੱਚ ਜਿਹੜੀ ਹੈ ਐਰਰ ਕਿਸ ਤਰ੍ਹਾਂ ਪ੍ਰੋਪੇਗੇਟ ਕਰਦੀ ਹੈ ਉਹਦੇ ਬਾਰੇ ਜਿਹੜਾ ਹੈ ਅਸੀਂ ਅੱਜ ਡਿਸਕਸ ਕਰਾਂਗੇ। ਸਪੋਜ਼ ਸਾਡੇ ਕੋਲ ਇੱਕ ਕੁਆਂਟੀਟੀ ਹੈ z is equal to a over b। now what is a? ਇਹ ਸਾਡੀ ਪਹਿਲੀ ਫਿਜ਼ੀਕਲ ਕੁਆਂਟੀਟੀ ਹੈ ਉਹਦੀ ਮੈਜ਼ਰਮੈਂਟ। what is b? ਦੂਸਰੀ ਫਿਜ਼ੀਕਲ ਕੁਆਂਟੀਟੀ ਹੈ ਉਹਨੂੰ ਵੀ ਅਸੀਂ ਮੈਜ਼ਰ ਕਰ ਲਿਆ। ਦੋਨਾਂ ਨੂੰ ਅਸੀਂ ਜਦੋਂ ਡਿਵਾਈਡ ਕਰਤਾ ਤੇ ਸਾਡੇ ਕੋਲ ਇੱਕ ਨਵੀਂ ਫਿਜ਼ੀਕਲ ਕੁਆਂਟੀਟੀ ਆ ਗਈ ਸਾਡੇ ਕੋਲ z। ਜਿਸ ਤਰ੍ਹਾਂ ਮੰਨ ਲਓ ਪਰਮਾਸ ਹੈ, ਥੱਲੇ ਵੋਲੀਅਮ, ਮਾਸ ਨੂੰ ਜਦੋਂ ਵੋਲੀਅਮ ਨਾਲ ਡਿਵਾਈਡ ਕਰਾਂਗੇ ਤਾਂ ਸਾਡੇ ਕੋਲ ਜਿਹੜਾ ਹੈ ਡੈਂਸਿਟੀ ਆ ਜਾਏਗੀ। ਇਸ ਤਰ੍ਹਾਂ ਦੇ ਫਾਰਮੂਲੇ ਦੇ ਵਿੱਚ, ਡਿਵੀਜ਼ਨ ਵਾਲੇ ਫਾਰਮੂਲੇ ਵਿੱਚ ਐਰਰ ਕਿਸ ਤਰ੍ਹਾਂ ਪ੍ਰੋਪੇਗੇਟ ਕਰਦੀ ਹੈ, ਅੱਜ ਅਸੀਂ ਉਹਦੇ ਬਾਰੇ ਡਿਸਕਸ ਕਰਨ ਲੱਗੇ ਹਾਂ। ਨਾਓ ਜਦੋਂ a ਨੂੰ ਅਸੀਂ ਮੈਜ਼ਰ ਕੀਤਾ ਤੇ ਇਹਦੇ ਵਿੱਚ ਵੀ ਸਾਡੇ ਕੋਲ ਐਰਰ ਤੇ ਆਣੀ ਹੈ, ਜਿਸ ਨੂੰ ਅਸੀਂ ਬੋਲਦੇ ਹਾਂ ਐਬਸੋਲੂਟ ਐਰਰ ਇਨ ਦਾ ਮੈਜ਼ਰਮੈਂਟ ਆਫ a। Similarly, B ਦੇ ਵਿੱਚ ਵੀ ਸਾਡੇ ਕੋਲ ਐਰਰ ਆਏਗੀ, that will be the delta B। delta ਦਾ ਮਤਲਬ absolute error in the measurement of B, absolute error in the measurement of A। ਤੇ ਜੇ ਇਹਨਾਂ ਵਿੱਚ ਐਰਰ ਹੈ ਤੇ ਅੰਡਰਸਟੂਡ ਹੈ ਸਾਡਾ ਜਿਹੜਾ Z ਹੋਏਗਾ, ਇਹਦੇ ਵਿੱਚ ਵੀ ਜਿਹੜੀ ਹੈ ਐਰਰ ਜਿਹੜੀ ਹੈ ਉਹ ਤੇ ਆਏਗੀ, ਉਹਨੂੰ ਅਸੀਂ ਲਿਖ ਦਿੰਦੇ ਆ ਡੈਲਟਾ Z। ਨਾਓ ਇਨ ਟਰਮ ਆਫ, ਹੁਣ ਅਸੀਂ ਦੇਖਾਂਗੇ ਕਿ ਐਰਰ ਦੇ ਵਿੱਚ ਇਕੁਏਸ਼ਨ ਕਿਸ ਤਰ੍ਹਾਂ ਬਣਦੀ ਹੈ। ਇੱਕ ਲਾਈਨ ਲਿਖਣੀ ਹੈ ਅਸੀਂ ਇੱਥੇ, ਇਨ ਟਰਮ ਆਫ ਐਰਰਸ ਇੰਕਲੂਡਿਡ। ਜੇ ਅਸੀਂ ਇਹਦੇ ਵਿੱਚ ਐਰਰ ਇੰਕਲੂਡ ਕਰ ਦਈਏ ਵਿੱਚ, ਸਾਡੇ ਕੋਲ ਕੀ ਆਏਗਾ, z ਪਲੱਸ ਮਾਈਨਸ ਡੈਲਟਾ z ਇਜ਼ ਇਕੁਅਲ ਟੂ a ਪਲੱਸ ਮਾਈਨਸ ਡੈਲਟਾ a ਡਿਵਾਈਡਡ ਬਾਈ ਸਾਡੇ ਕੋਲ ਕੀ ਬਣ ਜਾਏਗਾ, b ਪਲੱਸ ਮਾਈਨਸ ਡੈਲਟਾ b। ਇਹ ਇਹਨਾਂ ਦੀਆਂ ਜਿਹੜੀਆਂ ਐਰਰਸ ਹੀ ਨਾਲ ਅਸੀਂ ਪਲੱਸ ਮਾਈਨਸ ਕਰ ਦਿੰਦੇ ਆ, ਕਿਉਂਕਿ ਐਰਰ ਜਿਹੜੀ ਹੈ ਮੇ ਬੀ ਪੋਜ਼ਿਟਿਵ ਔਰ ਇਟ ਮੇ ਬੀ ਨੈਗੇਟਿਵ, ਉਹਦੇ ਅਕੋਰਡਿੰਗ ਅਸੀਂ ਚਲੇ ਗਏ। ਨਾਓ ਇਹਦੇ ਵਿੱਚੋਂ ਅਸੀਂ z ਨੂੰ ਬਾਹਰ ਕਾਮਨ ਕੱਢ ਲੈਂਦੇ ਆ, ਅਦਰਵਾਈਜ਼ ਜਾਂ z ਦੇ ਨਾਲ ਇੱਧਰ ਡਿਵਾਈਡ ਕਰ ਦਿਓ, ਇਧਰੋਂ ਤੁਸੀਂ a ਨਾਲ ਡਿਵਾਈਡ ਕਰ ਸਕਦੇ ਆ, ਜਾਂ ਉਧਰੋਂ ਅਸੀਂ b ਦੇ ਅਕੋਰਡਿੰਗ। ਨਾਓ z ਨੂੰ ਅਸੀਂ ਜਦੋਂ ਬਾਹਰ ਕੱਢ ਲਿਆ, ਸਾਡੇ ਕੋਲ ਕੀ ਆਇਆ ਇੱਥੇ 1 ਪਲੱਸ ਮਾਈਨਸ ਕੀ ਆ, z ਬਾਹਰ ਆਏਗਾ, ਇਹ z ਬਾਹਰ ਨਹੀਂ ਆਏਗਾ ਕਿਉਂਕਿ ਇਹ ਇੱਕ ਸਿੰਗਲ ਟਰਮ ਹੈ। ਪਿਛਲੇ ਲੈਕਚਰ ਵਿੱਚ ਦੱਸਿਆ ਮੈਂ, ਡੈਲਟਾ z ਨੂੰ ਅਸੀਂ ਪੜ੍ਹਨਾ ਹੈ ਐਬਸੋਲੂਟ ਐਰਰ, ਇਹ ਵੱਖਰੇ ਵੱਖਰੇ ਨਹੀਂ ਹੈ, ਇਹ ਕੰਬਾਈਨਡ ਇੱਕ ਸਿੰਗਲ ਟਰਮ ਹੈ। ਇਹ ਸਾਡੇ ਕੋਲ ਆ ਜਾਏਗਾ ਡੈਲਟਾ z, ਇਹਦੇ ਕੋਲ ਤੇ z ਹੈ ਹੀ ਨਹੀਂ, ਅਸੀਂ ਡਿਵਾਈਡ ਕਰ ਦਾਂਗੇ ਅਸੀਂ z ਦੇ ਨਾਲ। ਨਾਓ z into 1, ਇਹ z ਆ ਜਾਏਗਾ, ਪਲੱਸ ਮਾਈਨਸ ਜਦੋਂ z ਨੂੰ ਇਹਦੇ ਨਾਲ ਮਲਟੀਪਲਾਈ ਕਰੋਗੇ, z ਤੇ z ਕੈਂਸਲ, ਅਗੇਨ ਵੀ ਗੈਟ ਡੈਲਟਾ z। ਸਿਮਿਲਰਲੀ ਇਧਰੋਂ ਵੀ ਅਸੀਂ ਜਿਹੜਾ ਹੈ a ਨੂੰ ਬਾਹਰ ਨਿਕਾਲ ਲਿਆ, 1 ਪਲੱਸ ਸਾਡੇ ਕੋਲ ਆ ਜਾਏਗਾ ਡੈਲਟਾ a ਓਵਰ a ਡਿਵਾਈਡਡ ਬਾਈ ਸਾਡੇ ਕੋਲ b ਨੂੰ ਅਸੀਂ ਬਾਹਰ ਨਿਕਾਲ ਲਿਆ, 1 ਪਲੱਸ ਮਾਈਨਸ ਸਾਡੇ ਕੋਲ ਆ ਗਿਆ ਡੈਲਟਾ b ਓਵਰ b। ਨਾਓ what is a over b? a over b ਸਾਡੇ ਕੋਲ ਜਿਹੜਾ ਹੈ z ਦੇ ਇਕੁਅਲ ਹੈ। ਇਹਦੇ ਮਤਲਬ a over b ਦੀ ਜਗ੍ਹਾ ਤੇ ਮੈਂ ਜਿਹੜਾ ਹੈ ਨੈਕਸਟ ਜਿਹੜੀ ਆ ਇਕੁਏਸ਼ਨ ਦੇ ਵਿੱਚ ਨੈਕਸਟ ਲਾਈਨ ਦੇ ਵਿੱਚ ਜਿਹੜਾ ਹੈ ਅਸੀਂ ਉਹਨੂੰ ਇਹਦੀ ਜਗ੍ਹਾ ਤੇ z ਲਿਖ ਸਕਦੇ ਹਾਂ। ਸਾਡੇ ਕੋਲ ਕੀ ਆਏਗਾ, z
अगे आ जाएगा साढ़े को 1 प्लस माइनस डेल्टा जेड ओवर जेड इज इक्वल टू आ गया साढ़े को जेड, ए ओवर बी जिहड़ा है जेड बन गया। बाकी जिहड़ा साढ़े को की बचया 1 प्लस माइनस डेल्टा ए ओवर ए, जिहड़ी नीचे वाली जिहड़ी ब्रैकेट है जदों इनू उपर लै जाओगे तो साढ़े कोल जिहड़ा है पावर जिहड़ी इहदी आ जाएगी साढ़े कोल -1। ऐ सानू पता है कि नीचे वाली जिहड़ी पावर है 1, तो जदों इनू उपर खड़ोगे तो उपर जाके है पावर किहड़ी हो जाएगी -1। ए स्टैप नू ध्यान नाल नोट कर लो। ਇਹਦੇ ਵਿੱਚ ਜਿਹੜਾ डिनोमीनेटर वाला है ब्रैकेट ਇਹਨੂੰ ਅਸੀਂ ਉੱਪਰ ਲੈ ਕੇ ਜਾਣਾ है, अदरवाइज कई बार ਜਿਹੜੀ है वो कंफ्यूजन हो ਜਾਂਦੀ है। नाउ ਇਸ ਨੂੰ ਅਸੀਂ ਕਿਸ ਤਰ੍ਹਾਂ ਹੱਲ ਕਰੀਏ? 1 प्लस माइनस डेल्टा बी ओवर बी ਨੂੰ ਕਿਸ ਤਰ੍ਹਾਂ ਹੱਲ ਕਰੀਏ, ਕਿਉਂਕਿ ਉੱਤੇ ਪਾਵਰ ਆ ਗਈ ਸਾਡੇ ਕੋਲ -1। ਬੇਟਾ ਇੱਕ ਥਿਊਰਮ ਹੈ ਜਿਹੜੀ +1 ਦੇ ਵਿੱਚ ਜਿਹੜੇ ਮੈਥ ਵਾਲੇ ਸਟੂਡੈਂਟਸ ਨੇ ਉਹਨਾਂ ਨੇ ਇਹਨੂੰ ਚੰਗੇ ਤਰੀਕੇ ਨਾਲ ਪੜ੍ਹਨਾ ਹੈ, ਪਰ ਮੈਡੀਕਲ ਵਾਲੇ ਸਟੂਡੈਂਟਸ ਨੂੰ ਵੀ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ। ਉਸ ਥਿਊਰਮ ਦਾ ਨਾਮ ਹੈ ਬਾਈਨੋਮੀਅਲ ਥਿਊਰਮ। ਮੈਂ ਇੱਥੇ ਲਿਖ ਦੇਣਾ ਹੈ, ਥਿਊਰਮ ਹੈ बाइनोमियल थ्योरम। पूरा साडा मैथमेटिक्स विच इहदे रिलेटेड जिहड़ा है एक चैप्टर है। नाउ बाइनोमियल थ्योरम दे अकॉर्डिंग जिहड़ा है असी इस एक्सप्रैशन नूं असी हल करांगे। नाउ इस थ्योरम दे अकॉर्डिंग की है जिहड़ा ध्यान नाल देखना है। मान लो साडे कोल 1 प्लस x रेज टू पावर n है। इस तरह का कोई साडे कोल फॉर्मूला आ गया 1 प्लस एक्स रेज टू पावर n। ਇਹਦੇ ਵਿੱਚ ध्यान रखना है कि जिहड़ा n है जां ते नैगेटिव होएगा इंटीजर, जां ए फ्रैक्शन होएगी लैस देन 1, जां ते नैगेटिव जां ए फ्रैक्शन होएगी लैस देन 1। ते जिहड़ा ए विच x लगा है, याद रखना है x का जिहड़ा मैग्नीट्यूड है इट विल बी लैस देन 1। यह थ्योरम तां एप्लीकेबल होंदी है जेकर जिहड़ा इत्थे x लगा है ओदी वैल्यू जिहड़ी है 1 तो घट होवे, ते जिहड़ी है पावर है वो पावर जां ते नैगेटिव होवे ते जां होवे साडे कोल फ्रैक्शन दे विच। नाउ सब नाल पहला ਇਹਨੂੰ ਅਸੀਂ ਐਕਸਪੈਂਡ ਕਰਕੇ ਦੇਖਦੇ ਹਾਂ। ਫਾਰਮੂਲਾ ਪਹਿਲਾਂ ਤੁਸੀਂ ਯਾਦ ਰੱਖਣਾ ਹੈ ਕਿਵੇਂ ਐਕਸਪੈਂਡ ਕਰਨੀ ਹੈ। ਕਈ ਵਾਰੀ ਸਾਨੂੰ ਜਿਹੜੀ ਹੈ ਫਿਜ਼ਿਕਸ ਦੇ ਵਿੱਚ ਇਸ ਫਾਰਮੂਲੇ ਦੀ ਜ਼ਰੂਰਤ ਪਏਗੀ। ਨਾਓ 1 ਦਾ 1 ਲਗਾ ਦੇਣਾ ਹੈ। ਅੱਗੇ ਕੀ ਕਰਨਾ ਹੈ ਅਸੀਂ ਪਲੱਸ ਇਹ ਜਿਹੜੀ ਪਾਵਰ ਹੈ ਇਸ ਪਾਵਰ ਨੂੰ ਇਹਦੇ ਨਾਲ ਮਲਟੀਪਲਾਈ ਕਰ ਦੇਣਾ ਹੈ। ਇਹ ਆ ਜਾਏਗਾ ਸਾਡੇ ਕੋਲ nx। ਪਾਵਰ ਨੂੰ ਇਹਦੇ ਨਾਲ ਤੁਸੀਂ ਮਲਟੀਪਲਾਈ ਕਰ ਦੇਣਾ ਹੈ। ਇਹ ਸਟੈਪ याद रखना है। 1 ਦਾ 1 ਅੱਗੇ ਪਲੱਸ ਪਾਵਰ ਮਲਟੀਪਲਾਈ ਬਾਈ x। ਇਸ ਤੋਂ ਬਾਅਦ ਅਸੀਂ ਫੇਰ ਪਲੱਸ ਦਾ ਸਾਈਨ ਲਗਾਣਾ ਹੈ। ਇਹ ਜਿਹੜੀ ਪਾਵਰ ਲਗਾਈ ਸੀ ਆ ਵਾਲੀ ਆ ਗਈ। ਹੁਣ ਬ੍ਰੈਕਟ ਪਾ ਕੇ ਪਾਵਰ ਦੇ ਵਿੱਚੋਂ ਜਿਹੜਾ ਹੈ 1 ਮਾਈਨਸ ਕਰ ਦੇਣਾ ਹੈ। ਪਹਿਲਾਂ ਅਸੀਂ n ਨਾਲ ਮਲਟੀਪਲਾਈ ਕੀਤਾ, ਹੁਣ ਫਿਰ n ਲਗਾ ਲਿਆ। ਹੁਣ n ਦੇ ਵਿੱਚੋਂ 1 ਮਾਈਨਸ ਕਰ ਦੇਣਾ ਤੇ ਜਿਹੜਾ x ਹੈ ਇਹਦੀ ਪਾਵਰ ਕਿੰਨੀ ਹੈ 1, ਤੇ ਇਹਦੇ ਉੱਤੇ 1 ਵਿੱਚ ਪਾਵਰ ਪਲੱਸ ਕਰ ਦੇਣਾ ਹੈ। x ਹੈ ਇਹਦੇ ਉੱਤੇ x ਸਕੁਅਰ ਆ ਜਾਏਗਾ ਡਿਵਾਈਡਡ ਬਾय ਸਾਡੇ ਕੋਲ ਆਏਗਾ 2 ਫੈਕਟੋਰੀਅਲ। ਜਿਹੜਾ ਆ ਸਿੰਬਲ ਬਣਾਇਆ ਮੈਂ ਇਹਨੂੰ ਪੜ੍ਹਦੇ ਹਾਂ ਸੀ ਫੈਕਟੋਰੀਅਲ। ਫੈਕਟੋਰੀਅਲ ਇਹਨੂੰ ਪੜਾਂਗੇ 2 ਫੈਕਟੋਰੀਅਲ। 2 ਫੈਕਟੋਰੀਅਲ ਦਾ ਮਤਲਬ ਕੀ ਹੈ ਕਿ 2 into 1 पहले दो जिहड़े नैचुरल नंबर ने उन्हां दी मल्टीप्लाई। जे मैं लिख देना 4 फैक्टोरियल, ਇਹਦਾ मतलब 4 into 3 into 2 into 1, लास्ट साडा 1 तक इनू मल्टीप्लाई करी जाना है। ਇਹਦਾ मतलब होंदा फैक्टोरियल। 10 फैक्टोरियल 10 into 9 into 8 into 7 so on, 1 तक इनू मल्टीप्लाई करी चलो। नाउ ए टर्म आ गई। आगे की आएगा प्लस। ए इनफाइनाइट नंबर ऑफ टर्म्स है, कभी एदा एंड नहीं आएगा। नाउ फिर n आ गया, फिर n-1 आ गया, नाल ही n-2 एक होर घटा देना है, n-2 आ जाएगा ते एदी पावर एक बढ़ा देनी है 3 ते थल्ले आ जाएगा 3 फैक्टोरियल। जिन्ना इत्थे स्केयर है थल्ले ओदा उन्ना ही फैक्टोरियल आएगा। ध्यान रखना है जे 2 है
इथे 2 फैक्टोरियल, इथे 3 है तो इथे 3 फैक्टोरियल प्लस सो ऑन। इस तो अगली टर्म जी है तुम आप बना सकते हो n, n-1, n-2, अगे कि आएगी नाल ही n-3 x की पावर 4 ओवर 4 फैक्टोरियल एंड सो ऑन। मतलब कि इस तरह का कोई फॉर्मूला आवे तो पहला चेक करो कि x की वैल्यू की ओदा मैगनीट्यूड की 1 तो घट है, ते पावर भी देखनी है नैगेटिव या फ्रैक्शन च है लैस देन 1, तां तुसीं यह फॉर्मूला अप्लाई करना है। नाउ इत्थे आके चेक करिए 1 दा 1 इत्थे साडे कोल 1 सीगा, प्लस या माइनस जो भी होएगा इत्थे। अगे आ रहा डेल्टा बी ओवर बी, साडा x है, x की जगह ते साडे कोल कितना आ रहा डेल्टा बी ओवर बी। नाउ चेक करिए कि डेल्टा बी ओवर बी की है लैस देन 1 है। ध्यान ना देखो, ऊपर एरर, थले ओदी मेजर्ड वैल्यू। मान लो भी मेजर्ड वैल्यू साडे कोल 4.8 है, ते इहदे विच जिहड़ी एरर आएगी इंस्ट्रूमेंट के अकॉर्डिंग चलिए ओदी जिहड़ा हुंदा लीस्ट काउंट के अकॉर्डिंग एरर आएगी 0.1। ऊपर 0.1 ऊपर एरर ते बहुत घट होंदी है, ते थले ओदी जिहड़ी है मेजर्ड वैल्यू है। इहदा मतलब डिनोमीनेटर ज्यादा होने करके उत्ते घट होने करके यह जिहड़ा रिजल्ट है साडा लैस देन की आएगा साडा 1। इट इज लैस देन 1। जे आ भी लैस देन 1 है तो पावर देखो, पावर भी साडी जिहड़ी आ रही है नेगेटिव आ रही है। ਇਹਦਾ मतलब है दोनों कंडीशंस ਜਿਹੜੀਆਂ ਨੇ सैटिस्फाई हो रही ने। ਕਿਹੜੀ ਕਿਹੜੀ? एक x ਦਾ मैग्नीट्यूड, ਸਾਡਾ x ਕਿਹੜਾ डेल्टा b ओवर b, ਇਹਦਾ मैग्नीट्यूड लैस देन 1। दूसरी गल पावर ਨੂੰ कंपेयर करो, ਉਹ ਵੀ ਸਾਡੀ ਜਿਹੜੀ ਆ ਰਹੀ है नेगेटिव। ਇਹਨੂੰ ਅਸੀਂ ਜਿਹੜਾ है एक्सपैंड कर सकते हैं विद द हेल्प ऑफ बाइनोमियल थ्योरम। नाउ वी गेट z1 प्लस माइनस डेल्टा z ओवर z इज इक्वल टू z1 प्लस माइनस डेल्टा a ओवर a। नाउ अगे की आएगा 1 दा 1, अगे की करीदा है पावर नू ਇਹਦੇ ਨਾਲ ਮਲਟੀਪਲਾਈ ਕਰਨਾ ਹੈ। ਜਿਹੜੀ ਪਾਵਰ ਹੈ ਉਹਨੂੰ ਇਹਦੇ ਨਾਲ ਮਲਟੀਪਲਾਈ ਕਰ ਦੋ। ਸਾਡੀ ਪਾਵਰ ਕਿਹੜੀ ਹੈ ਮਾਈਨਸ, ਤੇ ਜਦੋਂ ਮਾਈਨਸ ਨਾਲ ਮਲਟੀਪਲਾਈ ਕਰੋਗੇ ਤੇ ਉੱਪਰ ਮਾਈਨਸ ਹੋ ਜਾਏਗਾ, ਨੀਚੇ ਵਾਲਾ प्लस हो जाएगा। ਇਹ ਸਾਈਨ ਉਲਟ ਹੋ ਜਾਣਗੇ क्योंकि माइनस जो मल्टीप्लाई होएगा ऊपर माइनस प्लस माइनस 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 प्लस। नाउ अगे आ गया डेल्टा बी ओवर बी, अगे साइन किहड़ा आएगा, फिर दोबारा साडे कोल साइन प्लस दा आ गया माइनस। हुण की है कि अगे जाके साडे कोल एक्स दा स्केयर आना है, एक्स दा स्केयर। नाउ व्हाट इज एक्स? ਹੁਣ ਪਹਿਲਾਂ ਅਸੀਂ x ਨੂੰ ਦੇਖਦੇ ਹਾਂ, x ਕੀ ਚੀਜ਼ ਹੈ ਸਾਡੇ ਕੋਲ। ਡੈਲਟਾ b ਓਵਰ b ਆ ਸਾਡਾ x ਹੈ, ਤੇ ਅਗਲੀ ਟਰਮ ਦੇ ਵਿੱਚ ਸਾਡਾ x ਦਾ ਸਕੁਅਰ ਆ ਰਿਹਾ ਹੈ ਇਸ ਤਰ੍ਹਾਂ। ਹੁਣ ਡੈਲਟਾ b ਓਵਰ b ਲੈਸ ਦੈਨ 1, ਜਿਸ ਤਰ੍ਹਾਂ ਦੇਖੋ 1/6, ਇਹ ਵੈਲਿਊ ਲੈਸ ਦੈਨ 1 ਹੈ ਕਿਉਂਕਿ डिनोमिनेटर ਵੱਡਾ ਹੈ। याद रखना है ਜਦੋਂ ਵੀ डिनोमिनेटर ਵੱਡਾ ਹੋਵੇ वैल्यू जी है एक तो घट आती है। नाउ 1/6 लैस देन 1, तो जे मैं स्केयर कर दूंगा 1/6 का स्केयर करांगा 1/36 हो गया। अरे 36 डिनोमिनेटर होर वध गया, एदा मतलब की होया ए वैल्यू जी है लैस देन साडे कोल की आ गई 1। जेकर एक नंबर छोटा होवे ओदा स्केयर कर दो, ओदा क्यूब कर दो, ਉਹ ਵੈਲਿਊਜ਼ ਫਰਦਰ ਤੁਹਾਡੀਆਂ ਜਿਹੜੀਆਂ ਨੇ ਉਹ ਛੋਟੀਆਂ ਹੁੰਦੀਆਂ ਜਾਂਦੀਆਂ ਨੇ, ਤੇ ਅਸੀਂ ਉਹ ਸਾਰੀਆਂ ਵੈਲਿਊਜ਼ ਨੂੰ ਬਾਈਨੋਮੀਅਲ ਥਿਊਰਮ ਦੇ ਵਿੱਚ ਅਸੀਂ ਨੈਗਲੈਕਟ ਕਰ ਦਿੰਦੇ ਹਾਂ ਟੂ ਆਵਰ ਬੈਸਟ ਅਪਰੋਕਸੀਮੇਸ਼ਨ। ਹੁਣ ਇੰਨੀਆਂ ਜ਼ਿਆਦਾ ਟਰਮਸ ਨੇ ਅਸੀਂ ਸਾਰੀਆਂ ਕਾਊਂਟ ਨਹੀਂ ਕਰਦੇ, ਅਸੀਂ ਜਿਹੜੀਆਂ ਫਸਟ 2 ਟਰਮਸ ਲੈਵਾਂਗੇ। ਇਸ ਤੋਂ ਅੱਗੇ ਜਿੰਨੀਆਂ ਵੀ ਵੈਲਿਊਜ਼ ਨੇ ਉਹ ਸਾਰੀਆਂ ਹੀ ਮੈਂ ਨੈਗਲੈਕਟ ਕਰ ਦਿੱਤੀਆਂ ਨੇ। ਕਿਉਂ ਨੈਗਲੈਕਟ ਕਰ ਦਿੱਤੀਆਂ? क्योंकि डेल्टा बी ओवर बी स्मॉल है, ओदा स्केयर जिहड़ा साडा होर स्मॉल हो जाएगा। ते इस तो अगली टर्म जिहड़ी आंदी है क्यूब, जो बाइनोमियल थ्योरम देखते अगे क्यूब आंदा है, फिर एक्स दी 4 आंदी है। ज्यों ज्यों यह पावर वधदी जाएगी यह जिहड़ी टर्म्स है लैस देन 1 होंदी जाएगी। असीं सारियां टर्म्स जिहड़ियां ने विचों नैगलैक्ट करदियां, तो साडे कोल सिर्फ ते सिर्फ कितना आया 1 माइनस प्लस डेल्टा बी ओवर बी। और जेड 1 प्लस माइनस डेल्टा z ओवर z,
ਆ z ਦੇ ਨਾਲ ਸਾਡਾ ਜਿਹੜਾ z ਹੈ ਅਸੀਂ ਪਹਿਲਾਂ ਇੱਥੇ ਇਹਨੂੰ ਕੈਨਸਲ ਕਰ ਦਿੰਨੇ ਆ, ਲਿਖਣ ਦੀ ਲੋੜ ਨਹੀਂ। ਸਾਡੇ ਕੋਲ ਕੀ ਆ ਗਿਆ, ਹੁਣ ਬ੍ਰੈਕਟ ਨੂੰ ਅਸੀਂ ਖੋਲ ਦਿੰਨੇ ਆ। 1 ਨੂੰ 1 ਨਾਲ ਕੀਤਾ 1 ਨੂੰ ਇਹਦੇ ਨਾਲ ਕਰਾਂਗੇ ਮਾਈਨਸ ਪਲੱਸ ਡੈਲਟਾ b ਓਵਰ b। ਹੁਣ ਇਹਨੂੰ 1 ਨਾਲ ਕੀਤਾ ਪਲੱਸ ਮਾਈਨਸ ਡੈਲਟਾ a ਓਵਰ a। ਹੁਣ ਇਹਨੂੰ ਜਦੋਂ ਮਲਟੀਪਲਾਈ ਕਰੋਗੇ ਤੇ ਸਾਡੇ ਕੋਲ ਪਲੱਸ ਮਾਈਨਸ ਕੀ ਆਏਗਾ, ਡੈਲਟਾ a ਓਵਰ a, फिर आएगा डेल्टा b ओवर b। हाँ जी बेटा क्लियर। 1 ਨੂੰ 1 ਇਹਨੂੰ ਇਹਦੇ ਨਾਲ ਕੀਤਾ ਤੇ ਆ ਟਰਮ ਆ ਗਈ, ਇਹਨੂੰ 1 ਨਾਲ ਮਲਟੀਪਲਾਈ ਕੀਤਾ ਤੇ ਆ ਗਿਆ। ਹੁਣ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਤਾ। ਨਾਓ ਇਸ ਨੂੰ ਵੀ ਧਿਆਨ ਨਾਲ ਦੇਖੋ। व्हाट इज डेल्टा a ओवर a, वेरी स्मॉल। व्हाट इज डेल्टा b ओवर b, ਇਹ ਵੀ ਟਰਮ ਜਿਹੜੀ ਹੈ ਫ੍ਰੈਕਸ਼ਨਲ ਐਰਰ, ਵੈਰੀ ਸਮॉल। ਤੇ ਜੇ ਆ ਸਮॉल ਹੈ ਤੇ ਆ ਵੀ ਸਮॉल ਹੈ ਤੇ ਦੋਨਾਂ ਨੂੰ ਤੁਸੀਂ ਮਲਟੀਪਲਾਈ ਕਰ ਦੋਗੇ 1/3 into 1/6। ਜੇ ਮੰਨ ਲਓ ਆ ਵੈਲਿਊ ਪਹਿਲੀ 1/3 ਹੋਵੇ, ਦੂਜੀ ਵੈਲਿਊ 1/6 ਹੋਵੇ, ਸਾਡੇ ਕੋਲ 1 ਕਿੰਨਾ ਆ ਗਿਆ 18। ਜੇ ਆ ਲੈਸ ਦੈਨ 1 ਹੈ, ਆ ਵੀ ਲੈਸ ਦੈਨ 1 ਹੈ ਤੇ ਡਿਨੋਮੀਨੇਟਰ ਹੋਰ ਵੱਡਾ ਹੋ ਗਿਆ, ਇਟ ਵਿਲ ਬੀ ਲੈਸ ਦੈਨ 1। ਸਿਮਿਲਰਲੀ ਅਸੀਂ ਇਸ ਟਰਮ ਨੂੰ ਵੀ ਅਸੀਂ ਵਿੱਚੋਂ ਨੈਗਲੈਕਟ ਕਰ ਦਾਂਗੇ। डेल्टा a ओवर a ਤੇ डेल्टा b ओवर b, ਇਹ ਜਿਹੜੀਆਂ ਦੋ ਟਰਮਸ ਨੇ ਇੱਥੇ ਲਿਖਾਂਗੇ, ਇਹਨਾਂ ਨੂੰ ਅਸੀਂ ਨੈਗਲੈਕਟ। y ਇਹ ਤੁਸੀਂ ਆਪਣੇ ਆਪ ਲਿਖਣਾ ਹੈ y, because delta a over a and delta b over b are very small, therefore their product will be very small and we can neglect it। ਜਦੋਂ ਇਹਨੂੰ ਅਸੀਂ ਨੈਗਲੈਕਟ ਕਰਤਾ ਤੇ ਸਾਡੇ ਕੋਲ ਆ ਟਰਮ ਵਿੱਚੋਂ ਜਿਹੜੀ ਹੈ ਨੈਕਸਟ ਇਕੁਏਸ਼ਨ 'ਚ ਤੁਸੀਂ ਕਰਨਾ ਹੈ, ਨੈਕਸਟ ਇਕੁਏਸ਼ਨ ਜਿਹੜੀ ਆਏਗੀ ਉਹ ਟਰਮ ਨੂੰ ਵਿੱਚੋਂ ਅਸੀਂ ਨੈਗਲੈਕਟ ਕਰ ਦਿੱਤਾ। ਤੁਸੀਂ ਇਹ ਵਾਲਾ ਸਟੈਪ ਜਿਹੜਾ ਹੈ ਨੈਕਸਟ ਇਕੁਏਸ਼ਨ 'ਚ ਕਰਨਾ ਹੈ। ਨਾਓ ਵੀ ਗੈਟ, ਸਾਡੇ ਕੋਲ ਜਿਹੜਾ ਹੈ 1 ਨਾਲ 1 ਵੀ ਕੈਂਸਲ, ਪਲੱਸ ਮਾਈਨਸ ਡੈਲਟਾ z ਓਵਰ z ਇਜ਼ ਇਕੁਅਲ ਟੂ ਮਾਈਨਸ ਪਲੱਸ ਡੈਲਟਾ b ਓਵਰ b ਪਲੱਸ ਮਾਈਨਸ ਡੈਲਟਾ a ਓਵਰ a। ਸਾਡੇ ਕੋਲ ਇੱਥੇ ਫਿਰ ਦੁਬਾਰਾ ਸਾਡੇ ਕੋਲ ਜਿਹੜੇ ਨੇ 4 ਪੋਸੀਬਲ ਕੇਸਿਸ ਬਣਨਗੇ ਐਰਰ ਦੇ, ਤੇ ਇਹਨਾਂ ਵਿੱਚੋਂ ਜਿਹੜੀ ਮੈਕਸਿਮਮ ਪੋਸੀਬਲ ਸਾਡੀ ਜਿਹੜੀ ਐਰਰ ਆਏਗੀ ਉਹ ਕਿੰਨੀ ਆਏਗੀ, ਉਹ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਹੁਣ, ਕਿਉਂਕਿ ਪਿਛਲੇ ਲੈਕਚਰ 'ਚ ਤੁਸੀਂ ਦੇਖਿਆ ਮੈਕਸਿਮਮ ਪੋਸੀਬਲ ਐਰਰ ਵਿਲ ਬੀ ਪਲੱਸ ਮਾਈਨਸ, ਅਸੀਂ ਬਾਹਰ ਲਗਾ ਲਿਆ ਬ੍ਰੈਕਟ ਦੇ ਵਿੱਚ ਡੈਲਟਾ a ਓਵਰ a ਪਲੱਸ ਸਾਡੇ ਕੋਲ ਕੀ ਆ ਜਾਏਗਾ ਡੈਲਟਾ b ਓਵਰ b। ਦਿਸ ਇਜ਼ ਅ ਮੈਕਸਿਮਮ ਪੋਸੀਬਲ ਐਰਰ in the measurement of z। ਇਹ ਕੀ ਚੀਜ਼ ਹੈ, ਫ੍ਰੈਕਸ਼ਨਲ ਐਰਰ। ਜਿਹੜੀ z ਵਿੱਚ ਫ੍ਰੈਕਸ਼ਨਲ ਐਰਰ ਆਈ ਉਹ a ਦੀ ਫ੍ਰੈਕਸ਼ਨ ਐਰਰ ਤੇ ਪਲੱਸ b ਦੀ ਫ੍ਰੈਕਸ਼ਨਲ ਐਰਰ ਪਲੱਸ ਕਰੋਗੇ ਤੇ ਸਾਡੀ ਜਿਹੜੀ ਹੈ z ਦੇ ਵਿੱਚ ਜਿਹੜੀ ਹੈ ਫ੍ਰੈਕਸ਼ਨਲ ਐਰਰ ਤੁਹਾਡੀ ਉਹ ਨਿਕਲ ਆਏਗੀ। ਨਾਓ ਜਿਹੜੇ ਰਿਜ਼ਲਟ ਅਸੀਂ ਹੁਣ ਤਿਆਰ ਕੀਤੇ ਨੇ ਇਹਨਾਂ ਨੂੰ ਜਰਾ ਧਿਆਨ ਨਾਲ ਦੇਖੋ। ਜੇ ਤੇ ਸਾਡੇ ਕੋਲ ਹੈ ਐਡੀਸ਼ਨ ਜਾਂ ਤੇ ਹੈਗਾ ਸਾਡੇ ਕੋਲ ਸਬਟ੍ਰੈਕਸ਼ਨ, ਇਹ ਪਿਛਲੇ ਲੈਕਚਰ 'ਚ ਪੜ੍ਹੇ ਕਿ ਜਿਹੜੀ ਐਰਰ ਆਏਗੀ z ਦੇ ਵਿੱਚ ਪਲੱਸ ਮਾਈਨਸ, ਉਹ ਕੀ ਲੱਗੇਗਾ ਫਾਰਮੂਲਾ, ਇਹ ਆ ਜਾਏਗਾ ਡੈਲਟਾ b। ਇਸ ਤਰ੍ਹਾਂ ਨਿਕਾਲਣੀ ਹੈ ਐਡੀਸ਼ਨ ਤੇ ਸਬਟ੍ਰੈਕਸ਼ਨ ਦਾ ਆ ਫਾਰਮੂਲਾ। ਐਰਰ ਹਮੇਸ਼ਾ ਐਡ ਹੁੰਦੀ ਹੈ ਤੇ ਜੇਕਰ ਅਸੀਂ ਗੱਲ ਕਰੀਏ ਮਲਟੀਪਲੀਕੇਸ਼ਨ ਦੀ ਜਾਂ ਡਿਵਾਈਡ, ਆਪਾਂ ਗੱਲ ਕਰੀਏ ਡਿਵੀਜ਼ਨ ਦੀ ਗੱਲ ਕਰਦੇ ਹਾਂ, ਕੋਸ਼ੈਂਟ ਦੀ ਗੱਲ ਕਰਦੇ ਹਾਂ, ਫਿਰ ਸਾਡੇ ਕੋਲ ਜਿਹੜਾ ਫਾਰਮੂਲਾ ਆਉਂਦਾ ਹੈ ਡੈਲਟਾ z ਓਵਰ z ਇਜ਼ ਇਕੁਅਲ ਟੂ ਸਾਡੇ ਕੋਲ ਆਏਗਾ ਪਲੱਸ ਮਾਈਨਸ, ਇਧਰ ਆ ਜਾਏਗਾ ਡੈਲਟਾ a ਓਵਰ a ਪਲੱਸ ਡੈਲਟਾ b ਓਵਰ b। ਮਲਟੀਪਲੀਕੇਸ਼ਨ ਤੇ ਡਿਵੀਜ਼ਨ ਦੇ ਵਿੱਚ ਫ੍ਰੈਕਸ਼ਨਲ ਐਰਰ ਦੇ ਅਕੋਰਡਿੰਗ ਚੱਲਦਾ ਹੈ। ਐਡੀਸ਼ਨ ਤੇ ਸਬਟ੍ਰੈਕਸ਼ਨ ਦੇ ਵਿੱਚ ਅਸੀਂ ਜਿਹੜਾ ਹੈ ਸਿੱਧਾ ਹੀ ਕਰ ਸਕਦੇ ਹਾਂ, ਜਿੰਨੀ ਜਿੰਨੀ ਐਰਰ ਹੈ ਓਨੀ ਵਿੱਚ ਇਹਨਾਂ ਨੂੰ ਪਲੱਸ ਕਰ ਦੇਣਾ। ਨਾਓ ਨੈਕਸਟ ਜਿਹੜਾ ਲੈਕਚਰ ਹੋਏਗਾ ਉਹਦੇ ਵਿੱਚ ਇਹਨਾਂ ਦੇ ਰਿਲੇਟਡ ਜਿਹੜੇ ਨੇ ਅਸੀਂ ਨਿਊਮੈਰੀਕਲ ਨੂੰ ਅਸੀਂ ਸੋਲਵ ਕਰਾਂਗੇ। ਨਾਓ ਇਸ ਤੋਂ ਬਾਅਦ ਸਾਡਾ ਜਿਹੜਾ ਹੈ ਇੱਕ ਫੋਰਥ ਪੁਆਇੰਟ ਹੈ ਐਰਰ ਡਿਊ ਟੂ, ਆਪਣਾ ਫਿਫਥ ਪੁਆਇੰਟ ਐਰਰ due to power, error due to power of measured quantity, error due to power of measured quantity।
ਹੁਣ ਅਸੀਂ ਡਿਸਕਸ ਕਰਾਂਗੇ ਕਿ ਜਦੋਂ ਪਾਵਰ ਆ ਜੇ ਉਦੋਂ ਸਾਡੇ ਕੋਲ ਜਿਹੜੀ ਹੈ ਐਰਰ ਕਿਸ ਤਰ੍ਹਾਂ ਪ੍ਰੋਪੀਗੇਟ ਕਰਦੀ ਹੈ। ਸਪੋਜ਼ ਮੰਨ ਲਓ ਸਾਡੇ ਕੋਲ ਇੱਕ z ਹੈ is equal to a square। ਅਸੀਂ ਇੱਕ ਸਿੰਪਲ ਜਿਹਾ ਕੇਸ ਲੈਂਦੇ ਆ z is equal to a square। ਇਹਦੇ ਵਿੱਚ ਅਸੀਂ ਚੈੱਕ ਕਰਨਾ ਹੈ ਕਿ ਪਾਵਰ ਜਿਹੜੀ ਹੈ ਉਹ ਕਿਸ ਤਰ੍ਹਾਂ ਪ੍ਰੋਪੀਗੇਟ ਕਰਦੀ ਹੈ। ਨਾਓ ਜਿਹੜਾ z ਹੈ a square ਆ ਗਿਆ। ਜੇ ਇਹਨਾਂ ਦੀ ਜਿਹੜੀ ਹੈ ਐਰਰ ਦੇ ਵਿੱਚ ਇਹਨੂੰ ਐਕਸਪ੍ਰੈਸ ਕਰੀਏ ਇਨ ਟਰਮ ਆਫ ਐਰਰ, ਸਾਡੇ ਕੋਲ ਆ ਜਾਏਗਾ ਇੱਧਰ ਡੈਲਟਾ z, ਇਧਰੋਂ ਆ ਜਾਏਗਾ a ਪਲੱਸ ਮਾਈਨਸ ਡੈਲਟਾ a ਦਾ ਆ ਗਿਆ ਸਾਡੇ ਕੋਲ ਸਕੁਅਰ। ਇਨ ਟਰਮ ਆਫ ਐਰਰ ਇਹਦੀ ਐਰਰ ਐਬਸੋਲੂਟ ਡੈਲਟਾ a, ਇਹਦੇ ਵਿੱਚ ਜਿਹੜੀ ਐਰਰ ਆਏਗੀ ਉਹ ਡੈਲਟਾ z ਆ ਗਈ। ਨਾਓ ਇਸ ਤੋਂ ਬਾਅਦ ਅਸੀਂ ਸਕੁਅਰ ਵਾਲੀ ਟਰਮ ਜਿਹੜੀ ਆ ਹੱਲ ਕਰ ਦਿੰਦੇ ਆ। ਸਾਡੇ ਕੋਲ ਕੀ ਆਏਗਾ a ਸਕੁਅਰ ਪਲੱਸ, ਜਦੋਂ ਇਹਨੂੰ ਪਲੱਸ ਕਰੋਗੇ ਸਾਡੇ ਕੋਲ ਕਿੰਨਾ ਆ ਗਿਆ ਡੈਲਟਾ a ਦਾ ਸਕੁਅਰ, ਕਿਉਂਕਿ ਜਦੋਂ ਸਕੁਅਰ ਕਰੋਗੇ ਪਲੱਸ ਮਾਈਨਸ ਦਾ ਜਿਹੜਾ ਸਕੁਅਰ ਉਹ ਪਲੱਸ ਹੋ ਗਿਆ। ਉਸ ਤੋਂ ਬਾਅਦ 2a ਸਾਡੇ ਕੋਲ ਆ ਗਿਆ ਡੈਲਟਾ a, 2a ਡੈਲਟਾ a ਸਕੁਅਰ ਪਲੱਸ b ਸਕੁਅਰ ਪਲੱਸ 2ab ਦਾ ਮੈਂ ਜਿਹੜਾ ਹੈ ਇੱਥੇ ਫਾਰਮੂਲਾ ਲਗਾਤਾ। ਇਧਰ ਆ ਗਿਆ z ਪਲੱਸ ਮਾਈਨਸ ਡੈਲਟਾ z। ਨਾਓ ਵਾਟ ਇਜ਼ a ਸਕੁਅਰ? a ਸਕੁਅਰ ਦੀ ਜਗ੍ਹਾ ਤੇ ਜਿਹੜਾ ਹੈ ਸਾਡਾ z ਆ ਜਾਏਗਾ। ਨਾਓ z ਪਲੱਸ ਮਾਈਨਸ ਡੈਲਟਾ z ਇਜ਼ ਇਕੁਅਲ ਟੂ z ਪਲੱਸ ਡੈਲਟਾ a ਸਕੁਅਰ ਪਲੱਸ ਮਾਈਨਸ 2a ਡੈਲਟਾ a। ਵਾਟ ਇਜ਼ a ਮੈਜ਼ਰਡ ਵੈਲਿਊ? ਉਹਦਾ ਕੀ ਕੀਤਾ ਸਕੁਅਰ। ਸਾਡੇ ਕੋਲ ਇੱਕ ਨਵੀਂ ਫਿਜ਼ੀਕਲ ਕੁਆਂਟੀਟੀ ਆ ਗਈ z। z ਦੇ ਵਿੱਚ ਉਹਦੀ ਮੈਜ਼ਰਡ ਆਪਾਂ ਐਰਰ ਐਡ ਕਰਤੀ, ਇਹ ਨਵੀਂ ਇਕੁਏਸ਼ਨ ਆ ਗਈ, ਸਕੁਅਰ ਹੱਲ ਕੀਤਾ। ਉਸ ਤੋਂ ਬਾਅਦ a ਸਕੁਅਰ ਦੀ ਜਗ੍ਹਾ ਤੇ ਮੈਂ ਜਿਹੜਾ ਹੈ ਉਹ z ਦੁਬਾਰਾ ਪੁੱਟ ਕਰ ਦਿੱਤਾ। ਦੋਨੋਂ ਸਾਈਡ ਤੋਂ ਸਾਡਾ ਜਿਹੜਾ z ਕੈਨਸਲ ਹੋ ਜਾਏਗਾ ਤੇ ਸਾਡੇ ਕੋਲ ਕੀ ਆਏਗਾ ਪਲੱਸ ਮਾਈਨਸ z ਇਜ਼ ਇਕੁਅਲ ਟੂ ਡੈਲਟਾ a ਦਾ ਸਕੁਅਰ ਪਲੱਸ ਮਾਈਨਸ 2a ਡੈਲਟਾ a। ਕੀ a ਤੇ ਡੈਲਟਾ a ਸੇਮ ਚੀਜ਼ ਹੈ? ਨਹੀਂ, a ਮੈਜ਼ਰਡ ਵੈਲਿਊ ਤੇ ਡੈਲਟਾ a ਜਿਹੜੀ ਹੈ ਉਹਦੇ ਵਿੱਚ ਉਹਦੀ ਆ ਗਈ ਸਾਡੀ ਐਰਰ ਆ ਗਈ। ਨਾਓ ਇਸ ਨੂੰ ਜੇ ਅਸੀਂ ਫਰਦਰ ਹੱਲ ਕਰੀਏ, ਧਿਆਨ ਨਾਲ ਦੇਖੋ ਵਾਟ ਇਜ਼ ਡੈਲਟਾ a। ਹੁਣੇ ਮੈਂ ਸਮਝਾਇਆ ਡੈਲਟਾ a ਐਰਰ ਹੈ। ਜਿਹੜੀ ਐਰਰ ਹੈ ਬਹੁਤ ਘੱਟ ਹੁੰਦੀ ਹੈ ਪੁਆਇੰਟਾਂ ਦੇ ਵਿੱਚ, ਤੇ ਜਿਹੜੀ ਚੀਜ਼ 0.01 ਐਰਰ, 0.0 ਮਤਲਬ ਲੈਸ ਦੈਨ 1, ਤੇ ਉਹਦਾ ਤੁਸੀਂ ਸਕੁਅਰ ਕਰ ਦਈਏ ਜਾਂ ਹਾਇਰ ਪਾਵਰ ਕਰ ਦੋਗੇ, ਉਹਦੀ ਵੈਲਿਊ ਜਿਹੜੀ ਹੈ ਹੋਰ ਛੋਟੀ ਹੋ ਜਾਂਦੀ ਹੈ। ਜਿਹੜੀ ਚੀਜ਼ ਆਲਰੇਡੀ ਛੋਟੀ ਹੈ ਉਹਦਾ ਸਕੁਅਰ, ਉਹਦੀ ਹਾਇਰ ਟਰਮਸ ਉਹ ਇੰਨੀਆਂ ਛੋਟੀਆਂ ਹੋ ਜਾਂਦੀਆਂ ਕਿ ਅਸੀਂ ਇਹਨਾਂ ਨੂੰ ਨੈਗਲੈਕਟ ਕਰ ਸਕਦੇ ਹਾਂ। ਇੱਥੇ ਲਾਈਨ ਲਿਖਾਂਗੇ ਨੈਗਲੈਕਟਿੰਗ ਡੈਲਟਾ a ਦਾ ਸਕੁਅਰ। ਕਿਉਂ ਨੈਗਲੈਕਟ ਕਰੋਗੇ? ਬਿਕੋਜ਼ ਇਟ ਇਜ਼ ਵੈਰੀ ਸਮਾਲ। ਇਹਨੂੰ ਅਸੀਂ ਨੈਗਲੈਕਟ ਕਰ ਦਾਂਗੇ ਤੇ ਸਾਡੇ ਕੋਲ ਕੀ ਆਏਗਾ ਪਲੱਸ ਮਾਈਨਸ ਸਾਡੇ ਕੋਲ z is equal to plus minus 2a ਸਾਡੇ ਕੋਲ ਆ ਗਿਆ ਡੈਲਟਾ a। ਅਸੀਂ ਉਹ ਟਰਮ ਜਿਹੜੀ ਹੈ ਵਿੱਚੋਂ ਨੈਗਲੈਕਟ ਕਰ ਦਿੱਤੀ, ਆ ਵਾਲੀ ਸਾਡੇ ਕੋਲ ਜਸਟ ਆ ਟਰਮ ਜਿਹੜੀ ਹੈ ਇੱਥੇ ਬਚ ਜਾਏਗੀ। ਨੈਕਸਟ ਸਟੈਪ ਦੇਖੋ ਕੀ ਕੀਤਾ, ਇੱਥੇ ਨੋਟ ਕਰੋ ਮੈਂ z ਦੇ ਨਾਲ ਥੱਲੇ ਡਿਵਾਈਡ ਕਰਤਾ। ਜੇ ਲੈਫਟ ਸਾਈਡ ਤੇ ਮੈਂ ਡਿਵਾਈਡ ਕਰਦਾ ਹੈ ਤੇ ਰਾਈਟ ਸਾਈਡ ਦੇ ਉੱਤੇ ਵੀ ਮੈਂ ਜਿਹੜਾ ਹੈ z ਦੇ ਨਾਲ ਡਿਵਾਈਡ ਕਰ ਦਿੱਤਾ, ਕੋਈ ਵੀ ਫਰਕ ਨਹੀਂ ਪਏਗਾ। ਨਾਓ ਪਲੱਸ ਮਾਈਨਸ ਡੈਲਟਾ z ਓਵਰ z ਇਜ਼ ਇਕੁਅਲ ਟੂ ਸਾਡੇ ਕੋਲ ਕਿੰਨਾ ਆ ਗਿਆ ਪਲੱਸ ਮਾਈਨਸ 2a ਡੈਲਟਾ a ਓਵਰ a ਸਕੁਅਰ। z ਦੀ ਜਗ੍ਹਾ ਤੇ ਅਸੀਂ ਲਗਾਤਾ a ਸਕੁਅਰ ਬਿਕੋਜ਼ z ਦੀ ਵੈਲਿਊ ਕਿੰਨੀ ਸੀ ਸਟਾਰਟਿੰਗ ਤੇ ਨੰਬਰ 1 ਇਕੁਏਸ਼ਨ ਦੇਖੋ z ਇਜ਼ ਇਕੁਅਲ ਟੂ a ਸਕੁਅਰ। a ਦੇ ਨਾਲ ਇੱਕ a ਕੈਨਸਲ ਹੋ ਜਾਏਗਾ ਤੇ ਇਸ ਤੋਂ ਬਾਅਦ ਜਿਹੜੀ ਹੈ ਸਾਡੀ ਜਿਹੜੀ ਇਕੁਏਸ਼ਨ ਕੀ ਬਣ ਜਾਏਗੀ ਪਲੱਸ ਮਾਈਨਸ ਡੈਲਟਾ z ਓਵਰ z ਇਜ਼ ਇਕੁਅਲ ਟੂ ਪਲੱਸ ਮਾਈਨਸ 2 ਆ ਗਿਆ, ਨਾਲ ਆ ਗਿਆ ਡੈਲਟਾ a ਓਵਰ a। ਆ ਟਰਮ ਤੁਹਾਡੇ ਕੋਲ ਆ ਗਈ। ਹੁਣ ਇਸ ਚੀਜ਼ ਨੂੰ ਧਿਆਨ ਨਾਲ ਸਮਝਣਾ ਹੈ ਕਿਉਂਕਿ ਅੱਗੇ ਨਿਊਮੈਰੀਕਲ ਦੇ ਵਿੱਚ ਬਹੁਤ ਹੀ ਜ਼ਿਆਦਾ ਇਹਦੀ ਵਰਤੋਂ ਹੋਣੀ ਹੈ। ਜਦੋਂ ਵੀ ਸਾਨੂੰ ਕੋਈ ਫਾਰਮੂਲਾ ਪਾਵਰ ਦੇ ਵਿੱਚ ਦਿੱਤਾ ਹੈ, ਸਾਡਾ ਫਾਰਮੂਲਾ ਸੀਗਾ ਕਿ z is equal to a square
ਤੇ ਨੋਟ ਕਰੋ ਜਿਹੜੀ Z ਵਿੱਚ ਐਰਰ ਆਏਗੀ ਫ੍ਰੈਕਸ਼ਨਲ ਐਰਰ ਜਿਹੜੀ ਆਏਗੀ it will be 2 times the fractional error of A। ਜਿੰਨੀ ਪਾਵਰ ਹੋਏਗੀ ਓਨੇ ਟਾਈਮਸ ਜਿਹੜੀ ਹੈ ਐਰਰ ਜਿਹੜੀ ਉਹਦੇ ਚ ਵੱਧ ਜਾਏਗੀ। ਜਿੰਨੀ ਜਿਹੜੀ ਹੈ ਪਾਵਰ ਜ਼ਿਆਦਾ ਹੈ ਓਨੇ ਟਾਈਮਸ ਉਹਦੀ ਮੈਜ਼ਰਮੈਂਟ ਦੇ ਵਿੱਚ ਜਿਹੜੀ ਐਰਰ ਹੈ ਉਹ ਇਨਕਰੀਜ਼ ਹੋ ਜਾਏਗੀ ਸਾਡੀ। ਨਾਓ ਡੈਲਟਾ Z over Z is equal to plus minus 2 ਡੈਲਟਾ A over A। ਫॉर ਸਪੋਜ਼ ਇੱਥੇ 3 ਹੁੰਦਾ, ਇਨ ਕੇਸ ਇੱਥੇ ਪਾਵਰ 3 ਹੁੰਦੀ ਤੇ ਇੱਥੇ 3 ਆਨਸਰ ਆ ਜਾਏਗਾ। ਇਹ ਧਿਆਨ ਰੱਖਣਾ ਹੈ ਪਾਵਰ ਵਾਲੇ ਕੇਸ ਦੇ ਵਿੱਚ ਜਿਹੜੀ ਐਰਰ ਨਿਕਾਲਣੀ ਹੈ Z ਦੇ ਵਿੱਚ ਕੀ ਕਰਨਾ ਹੈ, ਜਿਹੜੀ ਪਾਵਰ ਹੈ ਉਹਨੂੰ ਥੱਲੇ ਉਤਾਰ ਕੇ ਨਾਲ A ਦੀ ਜਿਹੜੀ ਹੈ ਫ੍ਰੈਕਸ਼ਨਲ ਐਰਰ ਤੁਸੀਂ ਲਗਾ ਦੇਣੀ ਹੈ। ਨਾਓ ਇਹਨੂੰ ਅਸੀਂ ਜਿਹੜਾ ਹੈ ਇਨ ਜਨਰਲ ਮੰਨ ਲਓ ਸਾਡੇ ਕੋਲ ਵੈਸੇ ਇੱਕ ਫਾਰਮੂਲਾ ਲਿਖਦੇ ਹਾਂ a ਕਿਊਬ ਸਾਡੇ ਕੋਲ ਅੱਗੇ ਆ ਰਿਹਾ ਹੈ b ਦੀ ਪਾਵਰ 2 ਓਵਰ c ਦੀ ਪਾਵਰ 4। ਇਸ ਤਰ੍ਹਾਂ ਦਾ ਸਾਡੇ ਕੋਲ ਕੋਈ ਫਾਰਮੂਲਾ ਦੇ ਦਿੱਤਾ ਗਿਆ। ਹੁਣ ਤੁਹਾਡੇ ਮਾਈਂਡ ਵਿੱਚ ਆਇਆ ਕਿ ਫਾਰਮੂਲਾ ਤੇ ਪਾਵਰ ਵਾਲਾ ਆ ਗਿਆ, ਹੁਣ ਇਹਦੇ ਵਿੱਚ ਜਿਹੜੀ ਹੈ ਫ੍ਰੈਕਸ਼ਨਲ ਐਰਰ ਕਿਸ ਤਰ੍ਹਾਂ ਨਿਕਾਲਾਂਗੇ। ਨਾਓ ਇਹਦੀ ਜਿਹੜੀ ਹੈ ਫ੍ਰੈਕਸ਼ਨਲ ਐਰਰ ਨਿਕਾਲਣ ਦਾ ਫਾਰਮੂਲਾ ਡੈਲਟਾ Z over Z। delta Z over Z means fractional error। now it is equal to ਅਸੀਂ ਲਗਾਵਾਂਗੇ ਪਲੱਸ ਮਾਈਨਸ। ਉਸ ਤੋਂ ਬਾਅਦ ਕੀ ਕਰਨਾ ਹੈ, ਦੇਖੋ ਪਾਵਰ A ਦੇ ਉੱਪਰ 3 ਹੈ, 3 ਥੱਲੇ ਤਾਰ ਲੈਣਾ ਹੈ, ਡੈਲਟਾ A over A ਅੱਗੇ ਪਲੱਸ ਪਾ ਦੇਣਾ ਹੈ। ਇਹਦੀ ਪਾਵਰ ਕਿੰਨੀ ਹੈ 2, 2 ਨੀਚੇ ਤਾਰ ਲਿਓ, ਸਾਡੇ ਕੋਲ ਆ ਜਾਏਗਾ ਡੈਲਟਾ B over B ਕਰ ਦੇਣਾ ਇੱਥੇ ਆਪਾਂ। ਫਿਰ ਅਸੀਂ ਪਲੱਸ ਹੀ ਪਾਣਾ ਹੈ। ਇੱਥੇ ਧਿਆਨ ਰੱਖਣਾ ਹੈ ਜਿਹੜੀ ਚੀਜ਼ ਭਾਵੇਂ ਡਿਨੋਮੀਨੇਟਰ ਚ ਹੈ ਭਾਵੇਂ ਉੱਪਰ ਹੈ, ਐਰਰ ਜਿਹੜੀ ਹੈ ਮੈਕਸਿਮਮ ਪੋਸੀਬਲ ਐਰਰ ਹਮੇਸ਼ਾ ਹੀ ਐਡ ਹੁੰਦੀ ਹੈ। ਪਾਵਰ ਭਾਵੇਂ ਨੈਗੇਟਿਵ ਹੋਵੇ ਭਾਵੇਂ ਪੋਜ਼ਿਟਿਵ, ਆਪਾਂ ਜਿਹੜਾ ਹੈ ਧਿਆਨ ਰੱਖਣੇ ਪਲੱਸ ਚ ਹੀ ਪਾਣਾ ਹੈ। ਪਲੱਸ ਪਾਵਰ ਕਿੰਨੀ ਆ ਜਾਏਗੀ 4 ਤੇ ਅੱਗੇ ਆ ਜਾਏਗਾ ਡੈਲਟਾ C over C। this is the formula to calculate the fractional error in the measurement of Z ਦੀ ਮੈਜ਼ਰਮੈਂਟ ਦੇ ਵਿੱਚ ਇਸ ਤਰ੍ਹਾਂ ਤੁਸੀਂ ਜਿਹੜੀ ਹੈ ਐਰਰ ਫਾਈਂਡ ਆਊਟ ਕਰਨੀ ਹੈ। ਕਈ ਵਾਰੀ ਇੱਥੇ ਬਾਈ ਚਾਂਸ ਪਾਵਰ ਇੱਥੇ 2 ਦੀ ਜਗ੍ਹਾ ਤੇ ਸਕੁਅਰ ਰੂਟ ਹੋਵੇ, ਕੋਈ ਗੱਲ ਨਹੀਂ, ਜੇ ਸਕੁਅਰ ਰੂਟ ਵੀ ਆਉਂਦਾ ਹੈ ਤਾਂ ਸਕੁਅਰ ਰੂਟ ਦੀ ਵੈਲਿਊ ਹਾਫ ਹੁੰਦੀ ਹੈ, ਇੱਥੇ 2 ਦੀ ਜਗ੍ਹਾ ਤੇ ਜਿਹੜਾ ਲੱਗੇਗਾ ਹਾਫ ਲੱਗ ਜਾਏਗਾ। ਆਈ ਥਿੰਕ ਕਿ ਤੁਹਾਨੂੰ ਜਿਹੜਾ ਹੈ ਇਹ ਸਾਰਾ ਕੁਝ ਜਿਹੜਾ ਕਲੀਅਰ ਹੋ ਗਿਆ। ਨਾਓ ਮੈਨੂੰ ਇਹਨਾਂ ਦੱਸਣਾ ਹੈ ਕਿ ਡੈਲਟਾ A ਨੂੰ ਅਸੀਂ ਕੀ ਰੀਡ ਕਰਦੇ ਹਾਂ। ਨਾਓ ਪਲੀਜ਼ ਟੈਲ ਵਾਟ ਇਜ਼ ਡੈਲਟਾ A। ਇਟ ਇਜ਼ ਅ ਐਬਸੋਲੂਟ ਐਰਰ ਇਨ ਦਾ ਮੈਜ਼ਰਮੈਂਟ ਆਫ A। ਇਹ ਸਾਡੀ ਆ ਗਈ ਐਬਸੋਲੂਟ ਐਰਰ ਇਨ ਦਾ ਮੈਜ਼ਰਮੈਂਟ ਆਫ A। ਵਾਟ ਇਜ਼, ਨਾਓ ਯੂ ਵਿਲ ਰੀਡ, ਇਟ ਇਜ਼ ਅ ਫ੍ਰੈਕਸ਼ਨਲ ਐਰਰ ਇਨ ਦਾ ਮੈਜ਼ਰਮੈਂਟ ਆਫ A। ਇਹ ਚੀਜ਼ਾਂ ਕਲੀਅਰ ਤਾਂ ਹੋਣੀਆਂ ਜੇਕਰ ਪਿਛਲਾ ਲੈਕਚਰ ਹੈ ਐਬਸੋਲੂਟ ਐਰਰ, ਫ੍ਰੈਕਸ਼ਨਲ ਐਰਰ, ਪਰਸੈਂਟੇਜ ਐਰਰ, ਉਹ ਸਾਰੀਆਂ ਐਰਰਸ ਨੂੰ ਧਿਆਨ ਦੇ ਨਾਲ ਜਿਹੜਾ ਹੈ ਦੁਬਾਰਾ ਸੁਣੋ। ਉਸ ਤੋਂ ਬਾਅਦ ਤੁਹਾਨੂੰ ਇਹ ਜਿਹੜੀ ਚੀਜ਼ ਹੈ ਕਲੀਅਰ ਹੋ ਜਾਏਗੀ, ਕਿਉਂਕਿ ਅੱਗੇ ਪੜਨ ਦਾ ਮਜ਼ਾ ਤਾਂ ਹੀ ਆਉਂਦਾ ਹੈ ਜੇ ਪਿਛਲਾ ਲੈਕਚਰ ਜਿਹੜਾ ਹੈ ਸਾਨੂੰ ਕਲੀਅਰ ਹੋਵੇ। ਕਈ ਵਾਰੀ ਤੁਸੀਂ ਡਾਇਰੈਕਟ ਲੈਕਚਰ ਨੰਬਰ ਜਿਹੜਾ ਅਸੀਂ 2 ਪੜ ਰਹੇ ਹਾਂ ਇਹਨੂੰ ਦੇਖਣਾ ਸ਼ੁਰੂ ਕਰਤਾ, ਤੁਹਾਨੂੰ ਕਲੀਅਰ ਹੀ ਨਹੀਂ ਹੋਏਗਾ ਕਿ ਇਹ ਸਰ ਕੀ ਬੋਲ ਰਹੇ ਨੇ। ਇਸ ਕਰਕੇ ਇਸ ਲੈਕਚਰ ਤੋਂ ਪਹਿਲਾਂ ਜਿਹੜਾ ਹੈ ਸਾਡਾ ਪਾਰਟ 1 ਜਿਹੜਾ ਹੈ ਪ੍ਰੋਪੇਗੇਸ਼ਨ ਆਫ ਐਰਰ ਦਾ, ਉਹਨੂੰ ਜ਼ਰੂਰ ਦੇਖੋ। ਨਾਓ ਡੈਲਟਾ A over A ਇਟ ਇਜ਼ ਅ ਫ੍ਰੈਕਸ਼ਨਲ ਐਰਰ, ਤੇ ਜੇ ਨਾਲ ਮੈਂ ਇਹਦੇ ਮਲਟੀਪਲਾਈ ਕਰ ਦਵਾਂ 100 ਦੇ ਨਾਲ, ਨਾਓ ਇਹਨੂੰ ਹੁਣ ਤੁਸੀਂ ਕੀ ਪੜੋਗੇ, ਡਿਟਸ ਵਿਲ ਬੀ ਦਾ ਪਰਸੈਂਟੇਜ ਐਰਰ ਇਨ ਦਾ ਮੈਜ਼ਰਮੈਂਟ ਆਫ A। ਇਹ A ਦੀ ਮੈਜ਼ਰਮੈਂਟ ਦੇ ਵਿੱਚ ਜਿਹੜੀ ਹੈ ਉਹ ਪਰਸੈਂਟੇਜ ਐਰਰ ਆ ਗਈ। ਨਾਓ ਸਪੋਜ਼ Z ਸੀ ਸਾਡੇ ਕੋਲ A ਕਿਊਬ B ਦਾ ਸਕੁਅਰ। ਨਾਓ ਇਹਦੀ ਐਰਰ ਕਿਸ ਤਰ੍ਹਾਂ ਅਸੀਂ ਰਿਪਰੈਜ਼ੈਂਟ ਕਰਾਂਗੇ। ਨਾਓ ਪਾਵਰ ਵਾਲਾ ਫਾਰਮੂਲਾ ਡੈਲਟਾ Z over Z ਆਏਗਾ। ਇੱਥੇ ਕੀ ਕਰੋਗੇ, ਪਲੱਸ ਮਾਈਨਸ ਲਗਾ ਲਿਆ। ਨਾਓ 3 ਡੈਲਟਾ A over A, ਪਾਵਰ ਨੀਚੇ ਡੈਲਟਾ A over A ਪਲੱਸ ਪਾਵਰ ਨੀਚੇ ਸਾਡੇ ਕੋਲ ਆ ਗਿਆ ਡੈਲਟਾ B over B ਆ ਜਾਏਗਾ। ਇਹ ਸਾਡੀ ਫ੍ਰੈਕਸ਼ਨਲ ਐਰਰ ਆਈ। ਤੇ ਜੇ ਮੈਂ ਪੁੱਛਾਂ ਵੀ ਇਹਨੂੰ ਪਰਸੈਂਟੇਜ ਐਰਰ ਚ ਲਿਖਣਾ ਹੈ ਤੇ ਦੋਨੋਂ ਪਾਸੇ ਜਿਹੜਾ ਹੈ ਮਲਟੀਪਲਾਈ ਬਾਈ 100 ਕਰ ਦੇਣਾ ਹੈ। ਇੱਥੇ 3 ਆ ਜਾਏਗਾ, ਡੈਲਟਾ A over A into 100 ਪਲੱਸ 2 ਆ ਗਿਆ, ਡੈਲਟਾ B over B
into 100। ਇਸ ਤਰ੍ਹਾਂ ਤੁਹਾਡੇ ਕੋਲ ਜਿਹੜੀ ਹੈ ਫਾਰਮੂਲਾ ਚੇਂਜ ਹੋ ਜਾਏਗਾ in term of percentage error। ਨਾਓ ਨੈਕਸਟ ਲੈਕਚਰ ਦੇ ਵਿੱਚ ਜਿਹੜਾ ਹੈ ਅਸੀਂ ਇਹਨਾਂ ਦੇ ਰਿਲੇਟਡ ਜਿਹੜੇ ਸਾਰੇ ਸਾਡੇ ਨਿਊਮੈਰੀਕਲਸ ਹੋਣਗੇ ਉਹਨਾਂ ਨੂੰ ਅਸੀਂ ਜਿਹੜਾ ਹੈ ਪੂਰੀ ਡਿਟੇਲ ਦੇ ਵਿੱਚ ਆਪਾਂ ਸਟੱਡੀ ਕਰਾਂਗੇ। ਤੇ ਹੁਣ ਬੇਨਤੀ ਹੈ ਕਿ ਪਿਛਲੇ ਲੈਕਚਰ ਤੇ ਇਸ ਲੈਕਚਰ ਨੂੰ ਜਿਹੜਾ ਹੈ ਚੰਗੇ ਤਰੀਕੇ ਨਾਲ ਆਪਣਾ ਪਹਿਲਾਂ ਕਾਪੀ ਦੇ ਉੱਤੇ ਨੋਟਸ ਵੀ ਤਿਆਰ ਕਰੋ ਤੇ ਇਹਨਾਂ ਨੂੰ ਸਮਝ ਲਓ, ਕਿਉਂਕਿ ਨੈਕਸਟ ਲੈਕਚਰ ਜਿਹੜਾ ਤੁਹਾਡਾ ਆ ਰਿਹਾ ਉਹ ਪੂਰਾ ਆਪਣਾ ਨਿਊਮੈਰੀਕਲ ਦੇ ਉੱਪਰ ਆਏਗਾ। ਥੈਂਕ ਯੂ।